हाँ जी स्टूडेंट्स, ਆਪਾਂ मैनेजमेंट ਦੇ ਜਿਹੜੇ ਪ੍ਰਿੰਸੀਪਲਸ ਨੇ ਅੱਗੇ ਕੰਟੀਨਿਊ ਕਰਦੇ ਹਾਂ। ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਆਪਾਂ 9th ਪ੍ਰਿੰਸੀਪਲ ਤੱਕ ਕਰ ਲਿਆ ਸੀਗਾ। ਅੱਜ ਆਪਾਂ ਜਿਹੜਾ 10th ਪ੍ਰਿੰਸੀਪਲ ਹੈ, ਪ੍ਰਿੰਸੀਪਲ ਆਫ ਆਰਡਰ, ਉਹ ਪੜ੍ਹਦੇ ਹਾਂ। ਇਨ ਕੰਟੈਕਸਟ ਆਫ ਦਿਸ ਪ੍ਰਿੰਸੀਪਲ ਆਰਡਰ ਡਜ਼ ਨਾਟ ਰੈਫਰ ਟੂ ਕਮਾਂਡ ਔਰ ਇੰਸਟਰਕਸ਼ਨ। ਕਹਿੰਦੇ ਜੇ ਆਪਾਂ ਪ੍ਰਿੰਸੀਪਲ ਦੀ ਇਹਦੀ ਗੱਲ ਕਰਦੇ ਹਾਂ ਆਰਡਰ ਵਾਲੇ ਦੀ, ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸੇ ਨੂੰ ਕੋਈ ਕਮਾਂਡ ਦੇਣੀ ਜਾਂ ਕਿਸੇ ਨੂੰ ਕੋਈ ਆਰਡਰ ਦੇਣਾ ਜਾਂ ਇੰਸਟਰਕਸ਼ਨ ਦੇਣੀ ਆ। ਰੈਦਰ ਇਟ ਇੰਪਲਾਈਜ਼ ਐਨ ਐਪਰੋਪਰੀਏਟ ਸੀਕੁਐਂਸ ਔਰ ਸਿਸਟਮੈਟਿਕ ਅਰੇਂਜਮੈਂਟ। ਇਹਦੇ ਵਿੱਚ ਆਰਡਰ ਦਾ ਮਤਲਬ ਹੈ ਕਿ ਕਿਸੇ ਕੰਮ ਦੀ ਸੀਕੁਐਂਸ ਜਾਂ ਸਿਸਟਮੈਟਿਕ ਅਰੇਂਜਮੈਂਟ। ਠੀਕ ਆ। ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਪਰਸਨਸ ਐਂਡ ਰਿਸੋਰਸਿਸ ਸ਼ੁੱਡ ਬੀ ਅਰੇਂਜਡ ਇਨ ਅ ਪ੍ਰੋਪਰ ਸੀਕੁਐਂਸ ਇਨ ਦਾ ਆਰਗੇਨਾਈਜੇਸ਼ਨ। ਇਸ ਪ੍ਰਿੰਸੀਪਲ ਦੇ ਅਕੋਰਡਿੰਗ ਕੀ ਆ, ਜਿੰਨੇ ਵੀ ਪਰਸਨ ਨੇ ਜਾਂ ਜਿੰਨੇ ਵੀ ਰਿਸੋਰਸ ਨੇ ਕਿਸੇ ਵੀ ਸੰਸਥਾ ਦੇ ਵਿੱਚ, ਉਹਨਾਂ ਨੂੰ ਪ੍ਰੋਪਰ ਸੀਕੁਐਂਸ ਦੇ ਵਿੱਚ ਅਰੇਂਜ ਕੀਤਾ ਜਾਣਾ ਚਾਹੀਦਾ ਹੈ। ਐਵਰੀ ਰਿਸੋਰਸ ਐਂਡ ਐਵਰੀ ਪਰਸਨ ਸ਼ੁੱਡ ਬੀ ਪ੍ਰੈਜ਼ੈਂਟ ਐਟ ਅ ਸਪੈਸੀਫਿਕ certain place in the organization so that the organization may work with efficiency। ਹਰ ਇੱਕ ਰਿਸੋਰਸ, ਹਰ ਇੱਕ ਪਰਸਨ ਉਸ ਜਗ੍ਹਾ 'ਤੇ ਪ੍ਰੈਜ਼ੈਂਟ ਹੋਣਾ ਚਾਹੀਦਾ, ਮੌਜੂਦ ਹੋਣਾ ਚਾਹੀਦਾ ਵਾ ਆਰਗੇਨਾਈਜੇਸ਼ਨ ਦੇ ਵਿੱਚ ਜਿੱਥੇ ਉਹਦੀ ਜ਼ਰੂਰਤ ਆ, ਜਿਹਦੇ ਨਾਲ ਜਿਹੜਾ ਆਰਗੇਨਾਈਜੇਸ਼ਨ ਦਾ ਵਰਕ ਆ ਉਹ ਐਫੀਸ਼ੀਐਂਸੀ ਨਾਲ ਹੋ ਸਕੇ। The systematic arrangement in a proper sequence, that is order, in the organization also helps to control wastages in the organization। ਸੋ ਜੇ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਸੀਕੁਐਂਸ ਬਣੀ ਹੋਊਗੀ, ਉਹਦੇ ਨਾਲ ਕੀ ਹੋਊਗਾ, ਮਤਲਬ ਆਪਾਂ ਕਹਿ ਦਈਏ ਆਰਡਰ ਹੋਊਗਾ ਆਰਗੇਨਾਈਜੇਸ਼ਨ ਦੇ ਵਿੱਚ, ਤਾਂ ਇਹਦੇ ਵਿੱਚ ਅਸੀਂ ਵੇਸਟੇਜ ਨੂੰ ਕੰਟਰੋਲ ਕਰ ਸਕਦੇ ਹਾਂ। ਕਿਸੇ ਵੀ ਚੀਜ਼ ਦਾ ਵੇਸਟੇਜ, ਮਤਲਬ ਮਟੀਰੀਅਲ ਦਾ ਜਾਂ ਹਿਊਮਨ ਬੀਇੰਗ ਦਾ ਜਿਹੜਾ ਟਾਈਮ ਆ, ਉਹਦੀ ਵੇਸਟੇਜ ਨੂੰ ਕੰਟਰੋਲ ਕਰ ਸਕਦੇ ਹਾਂ। ਫਿਊਲ ਟਾਕਡ ਅਬਾਊਟ 2 types of order, ਮਟੀਰੀਅਲ ਆਰਡਰ ਐਂਡ ਸੋਸ਼ਲ ਔਰ ਹਿਊਮਨ ਆਰਡਰ। ਫਿਊਲ ਨੇ 2 ਤਰ੍ਹਾਂ ਦੇ ਆਰਡਰ ਦੀ ਗੱਲ ਕੀਤੀ ਹੈ, ਮਤਲਬ 2 ਤਰ੍ਹਾਂ ਦੀ ਸੀਕੁਐਂਸ ਦੀ ਗੱਲ ਕੀਤੀ ਹੈ। ਇੱਕ ਤਾਂ ਮਟੀਰੀਅਲ ਆਰਡਰ ਸਮਾਨ ਵਗੈਰਾ, ਐਂਡ ਇੱਕ ਹਿਊਮਨ ਆਰਡਰ ਇਨਸਾਨਾਂ ਬਾਰੇ। ਠੀਕ ਆ। ਦਾ ਫਾਰਮੂਲਾ ਫॉर ਮਟੀਰੀਅਲ ਆਰਡਰ ਇਜ਼, ਮਟੀਰੀਅਲ ਆਰਡਰ ਦੇ ਲਈ ਕੀ ਫਾਰਮੂਲਾ ਸੀਗਾ, ਅ ਪਲੇਸ ਫॉर ਐਵਰੀਥਿੰਗ ਐਂਡ ਐਵਰੀਥਿੰਗ ਇਨ ਇਟਸ ਪਲੇਸ। ਮਤਲਬ ਹਰ ਇੱਕ ਚੀਜ਼ ਦੇ ਲਈ ਜਗ੍ਹਾ ਹੋਵੇ ਅਤੇ ਐਵਰੀਥਿੰਗ ਇਜ਼ ਇਨ ਇਟਸ ਪਲੇਸ, ਅਤੇ ਹਰ ਇੱਕ ਚੀਜ਼ ਆਪਦੀ ਜਗ੍ਹਾ 'ਤੇ ਹੋਵੇ। ਠੀਕ ਆ। ਸਿਮਿਲਰਲੀ ਦਾ ਫਾਰਮੂਲਾ ਫॉर ਹਿਊਮਨ ਆਰਡਰ ਇਜ਼ ਅ ਪਲੇਸ ਫॉर ਐਵਰੀ ਵਨ ਐਂਡ ਐਵਰੀ ਵਨ ਇਨ ਹਿਜ਼ ਔਰ ਹਰ ਪਲੇਸ। ਮਤਲਬ ਹਰ ਇੱਕ ਇਨਸਾਨ ਦੇ ਲਈ ਜਗ੍ਹਾ ਹੋਵੇ ਉੱਥੇ। ਠੀਕ ਆ। ਅਤੇ ਹਰ ਇੱਕ ਆਪਦੀ ਜਗ੍ਹਾ 'ਤੇ ਸਹੀ 'ਤੇ ਮੌਜੂਦ ਹੋਵੇ। ਬੋਥ ਦੀਜ਼ ਫਾਰਮੂਲਾਜ਼ clarify that every resource and every person in the organization must be present at a specific certain place। ਦੋਨੇ ਫਾਰਮੂਲੇ ਕੀ ਆਪਾਂ ਨੂੰ ਕਲੀਅਰ ਕਰਦੇ ਆ ਵੀ ਹਰ ਇੱਕ ਰਿਸੋਰਸ ਅਤੇ ਹਰ ਇੱਕ ਪਰਸਨ ਆਪਦੀ ਜਿਹੜੀ ਇੱਕ ਸਪੈਸੀਫਿਕ ਜਗ੍ਹਾ ਹੈ, ਉਸ ਜਗ੍ਹਾ ਦੇ ਉੱਪਰ ਮੌਜੂਦ ਹੋਣਾ ਚਾਹੀਦਾ। ਨੈਕਸਟ ਪ੍ਰਿੰਸੀਪਲ ਆਫ ਇਕੁਇਟੀ। According to this principle, the behavior of the managers towards the employees should be based on equality। ਇਹ ਪ੍ਰਿੰਸੀਪਲ ਦੇ ਅਕੋਰਡਿੰਗ ਕੀ ਆ ਵੀ ਜਿਹੜੇ ਮੈਨੇਜਰਸ ਨੇ, ਉਹਨਾਂ ਦਾ ਜਿਹੜਾ ਬਿਹੇਵੀਅਰ ਆ ਆਪਦੇ ਇੰਪਲੋਈਜ਼ ਦੇ ਪ੍ਰਤੀ ਕੀ ਹੋਣਾ ਚਾਹੀਦਾ, ਇਕੁਅਲ ਹੋਣਾ ਚਾਹੀਦਾ ਵਾ। ਦਿਸ ਇਕੁਐਲਿਟੀ ਸ਼ੁੱਡ ਬੀ ਬੇਸਡ ਔਨ ਜਸਟਿਸ ਐਂਡ ਕਾਈਂਡਨੈਸ। ਮਤਲਬ ਇਹ ਇਕੁਐਲਿਟੀ ਕੀ ਹੋਣੀ ਚਾਹੀਦੀ ਆ, ਨਿਆਂ ਦੇ ਅਕੋਰਡਿੰਗ ਜਾਂ ਕਾਈਂਡਲੀਨੈਸ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ। ਮਤਲਬ ਸਾਰਿਆਂ ਦੇ ਉੱਪਰ ਸੇਮ, ਆਪਾਂ ਸਾਰਿਆਂ ਨੂੰ ਇੱਕ ਸੇਮ ਨਿਗਾਹ ਨਾਲ ਦੇਖਣਾ ਵਾ। There should be no bias or discrimination in the behavior of managers on the basis of sex, religion, language, caste, creed, region। ਮਤਲਬ ਕਿਸੇ ਦੇ ਜੈਂਡਰ ਦੇ ਅਕੋਰਡਿੰਗ, ਕਿਸੇ ਦੀ ਧਰਮ ਦੇ ਅਕੋਰਡਿੰਗ, ਜਾਂ ਕਿਸੇ ਦੀ ਭਾਸ਼ਾ, ਕਿਸੇ ਦੀ ਜਾਤ ਪਾਤ, ਜਾਂ ਕਿਸੇ ਦੇ ਇਲਾਕੇ ਦੇ ਹਿਸਾਬ ਨਾਲ ਉਹਦੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ ਮੈਨੇਜਰ ਨੂੰ। ਠੀਕ ਆ। Along with this, manager must adopt kindliness towards the employees। ਇਸ ਤੋਂ ਇਲਾਵਾ ਮੈਨੇਜਰਸ ਨੂੰ ਕੀ ਚਾਹੀਦਾ ਵਾ, ਆਪਦੇ ਇੰਪਲੋਈਜ਼ ਦੇ ਪ੍ਰਤੀ ਉਹ ਕੀ ਰਹਿਣ, ਦਿਆਲੂ ਰਹਿਣ। ਠੀਕ ਆ। ਵਿਦ ਦਿਸ ਕੋਰਡੀਅਲ ਰਿਲੇਸ਼ਨਸ ਵਿਲ ਬੀ ਇਸਟੈਬਲਿਸ਼ਡ ਬਿਟਵੀਨ ਇੰਪਲੋਈਜ਼ ਐਂਡ ਦਾ ਮੈਨੇਜਰਸ। ਸੋ ਇਹਦੇ ਲਈ ਕੀ ਕੀਤਾ ਜਾ ਸਕਦਾ ਵਾ ਵੀ ਜਿਹੜੇ ਵਧੀਆ ਰਿਲੇਸ਼ਨਸ ਹੋਣੇ ਚਾਹੀਦੇ ਆ ਮੈਨੇਜਰਸ ਅਤੇ ਇੰਪਲੋਈਜ਼ ਦੇ ਵਿਚਕਾਰ। ਐਂਡ ਹੈਂਸ ਦਾ ਇੰਪਲੋਈਜ਼ ਵਿਲ ਪਰਫੋਰਮ ਦੇਅਰ ਡਿਊਟੀਜ਼ ਵਿਦ ਡੈਡੀਕੇਸ਼ਨ ਐਂਡ ਲੋਇਲਟੀ। ਸੋ ਇਸੇ ਕਾਰਨ ਕਰਕੇ ਕੀ ਹੋ ਜਾਊਗਾ, ਜਿਹੜੇ ਇੰਪਲੋਈਜ਼ ਨੇ ਉਹ ਆਪਦਾ ਕੰਮ ਜਾਂ ਆਪਦੀਆਂ ਜਿਹੜੇ ਡਿਊਟੀਜ਼ ਨੇ, ਉਹ ਪੂਰਾ ਸਮਰਪਿਤ ਹੋ ਕੇ ਪੂਰੀ ਲੋਇਲਟੀ ਜਾਂ ਵਫਾਦਾਰੀ ਨਾਲ ਨਿਭਾਉਣਗੇ ਇੰਪਲੋਈਜ਼। ਠੀਕ ਆ। ਨੈਕਸਟ ਹੈ ਦਾ ਨੈਕਸਟ ਪ੍ਰਿੰਸੀਪਲ ਆਫ ਸਟੇਬਿਲਿਟੀ ਇਨ ਦਾ ਟੈਨਿਓਰ ਆਫ ਪਰਸੋਨਲ। ਸਟੇਬਿਲਿਟੀ ਹੁੰਦਾ ਮਤਲਬ ਕਿਸੇ ਚੀਜ਼ ਦਾ ਕੌਨਸਟੈਂਟ ਰਹਿਣਾ, ਟੈਨਿਓਰ ਹੁੰਦਾ ਟਾਈਮ ਪੀਰੀਅਡ, ਮਤਲਬ ਜਿਹੜਾ ਵਰਕਿੰਗ ਟਾਈਮ ਪੀਰੀਅਡ ਆ, ਮਤਲਬ ਉੱਥੇ ਕੰਮ ਕਰਨ ਦਾ ਉਹਨਾਂ ਦਾ ਸਮਾਂ ਵਾ, ਉਹ ਕੀ ਰਹੇ, ਸਟੇਬਲ ਰਹੇ, ਮਤਲਬ ਬਹੁਤੇ ਜੋਬ ਛੱਡ ਕੇ ਨਾ ਜਾਣ। According to this principle given by Henry Fayol, there should be stability in the tenure of the personnel। ਮਤਲਬ ਇਹ ਨਾ ਹੋਵੇ ਵਰਕਰ ਕਿਸੇ ਨਾ ਕਿਸੇ ਰੀਜ਼ਨ ਕਰਕੇ ਬਾਰ-ਬਾਰ ਜੋਬ ਛੱਡ ਕੇ ਜਾ ਰਹੇ ਆ, ਜਾਂ ਫਿਰ
ਅਸੀਂ ਉਹਨਾਂ ਨੂੰ ਇੱਕ ਡਿਪਾਰਟਮੈਂਟ ਤੋਂ ਦੂਜੇ ਡਿਪਾਰਟਮੈਂਟ ਵਿੱਚ ਬਦਲੀ ਜਾਂਦੇ ਹਾਂ ਬਿਕੋਜ਼ ਐਵਰੀ ਇੰਪਲੋਈ ਨੀਡ ਸਮ ਟਾਈਮ ਫॉर ਅਟੇਨਿੰਗ ਅ ਸੈਟਿਸਫੈਕਟਰੀ ਲੈਵਲ ਆਫ ਐਕਸਪਰਟੀਜ਼ ਐਂਡ ਐਫੀਸ਼ੀਐਂਸੀ ਇਨ ਐਨੀ ਟਾਸਕ। ਸੋ ਹਰ ਇੱਕ ਪਰਸਨ ਨੂੰ ਥੋੜ੍ਹਾ ਜਿਹਾ ਸਮਾਂ ਲੱਗਦਾ ਵਾ ਕਿਸੇ ਵੀ ਵਰਕ ਦੇ ਵਿੱਚ ਐਕਸਪਰਟ ਬਣਨ ਦੇ ਲਈ ਜਾਂ ਉਹਨੂੰ ਐਫੀਸ਼ੀਐਂਸੀ ਨਾਲ ਕਰਨ ਦੇ ਲਈ। ਹੈਂਸ ਹਿਜ਼ ਫੰਕਸ਼ਨਲ ਪੋਸਟ ਸ਼ੁੱਡ ਨਾਟ ਬੀ ਚੇਂਜ ਇਨ ਸ਼ਾਰਟ ਸਪੈਨ ਆਫ ਟਾਈਮ। ਸੋ ਜਿਹੜੀ ਕੰਮ ਕਰਨ ਦੀ ਪੋਜੀਸ਼ਨ ਆ ਜਾਂ ਉਹਦੀ ਜਿਹੜੀ ਪੋਸਟ ਆ ਉਹ ਥੋੜ੍ਹੇ ਸਮੇਂ ਬਾਅਦ ਨਹੀਂ ਬਦਲਣੀ ਚਾਹੀਦੀ, ਠੀਕ ਆ। ਅਕੋਰਡਿੰਗ ਟੂ ਫਿਊਲ ਸਿਲੈਕਸ਼ਨ of employees must be made through the appropriate and inquisitive process। ਸੋ ਫਿਊਲ ਦੇ ਅਕੋਰਡਿੰਗ ਕੀ ਆ ਵੀ ਕਿਸੇ ਵੀ EMPLOYEE ਦੀ ਜਿਹੜੀ ਸਿਲੈਕਸ਼ਨ ਆ ਉਹ ਬਹੁਤ ਹੀ ਸਹੀ ਤੇ ਬਹੁਤ ਹੀ ਇੱਕ ਜਸਟੀਫਾਈਏਬਲ ਪ੍ਰੋਸੈਸ ਨਾਲ ਹੋਣੀ ਚਾਹੀਦੀ ਹੈ, ਮਤਲਬ ਬਿਨਾਂ ਬਾਇਸਨੈਸ ਤੋਂ ਉਹਨਾਂ ਨੂੰ ਕੰਮ 'ਤੇ ਰੱਖਣਾ ਚਾਹੀਦਾ। ਦੈਨ on the basis of the personal qualities and expertise a specific task must be assigned or a specific post must be given to each employee। ਸੋ ਫਿਰ ਉਸ ਤੋਂ ਬਾਅਦ ਆਪ ਜਿਹੜੇ ਆਪਾਂ ਪਰਸਨ ਸਿਲੈਕਟ ਕੀਤੇ ਹੋਏ ਉਹਨਾਂ ਦੀ ਕੁਆਲਿਟੀ ਤੇ ਉਹਨਾਂ ਦੀ ਐਕਸਪਰਟੀ ਦੇ ਹਿਸਾਬ ਨਾਲ ਉਹਨਾਂ ਨੂੰ ਕੰਮ ਵੰਡ ਕੇ ਦੇਣਾ ਚਾਹੀਦਾ, ਪੋਸਟ ਦੇਣੀ ਚਾਹੀਦੀ ਆ। ਆਫਟਰ ਦਿਸ employees must be given some specific time to prove his efficiency। ਉਸ ਤੋਂ ਬਾਅਦ ਜਿਹੜੇ EMPLOYEES ਨੇ ਉਹਨਾਂ ਨੂੰ ਕੁਝ ਸਮਾਂ ਦੇਣਾ ਚਾਹੀਦਾ ਜਿਹਦੇ ਨਾਲ ਉਹ ਆਪਣੇ ਆਪ ਨੂੰ ਆਪਦੇ ਕੰਮ ਨੂੰ ਪ੍ਰੂਵ ਕਰਕੇ ਦਿਖਾ ਸਕਣ ਰਿਗਾਰਡਿੰਗ ਦੈਟ ਟਾਸਕ ਔਰ ਪੋਸਟ। ਮਤਲਬ ਉਹ ਪੋਸਟ ਜਾਂ ਆਪਦੇ ਕੰਮ ਨਾਲ ਸੰਬੰਧਿਤ ਆਪਣੇ ਆਪ ਨੂੰ ਪ੍ਰੂਫ ਕਰਕੇ ਤੁਹਾਨੂੰ ਦਿਖਾ ਸਕਣ। Any instability in this context will create instability in the organization also। ਸੋ ਜੇ ਆਪਾਂ ਬਾਰ-ਬਾਰ ਹੁਣ ਜਿਹਨੂੰ ਥੋੜ੍ਹਾ ਜਿਹਾ ਕੰਮ ਦਿੱਤਾ ਉਹਨੂੰ ਹਜੇ ਪੂਰਾ ਟਾਸਕ ਪਰਫੋਰਮ ਵੀ ਨਹੀਂ ਕੀਤਾ ਬਟ ਆਪਾਂ ਨੂੰ ਪੋਸਟ ਤੋਂ ਹਟਾਤਾ, ਠੀਕ ਆ। ਸੋ ਇਹਦੇ ਨਾਲ ਜੇ ਇੱਦਾਂ ਦੀ ਇਨਸਟੇਬਿਲਿਟੀ ਆਉਂਦੀ ਆ ਤਾਂ ਇਹਦੇ ਨਾਲ ਪੂਰੀ ਔਰਗੇਨਾਈਜੇਸ਼ਨ 'ਚ ਇਨਸਟੇਬਿਲਿਟੀ ਆ ਜੂਗੀ ਐਂਡ ਅ ਫੀਲਿੰਗ ਆਫ ਇਨਸਿਕਿਉਰਿਟੀ ਇਨ ਦਾ EMPLOYEES। ਅਤੇ ਜਿੰਨੇ ਵੀ ਉੱਥੇ ਵਰਕਰ ਕੰਮ ਕਰ ਰਹੇ ਹੋਣਗੇ ਸਾਰਿਆਂ ਦੇ ਵਿੱਚ ਇਨਸਿਕਿਉਰਿਟੀ ਦੀ ਫੀਲਿੰਗ ਆਊਗੀ। ਹਰ ਇੱਕ ਨੂੰ ਇੱਦਾਂ ਹੋਊਗਾ ਵੀ ਸ਼ਾਇਦ ਜੇ ਮੇਰੇ ਤੋਂ ਆਹ ਕੰਮ ਗਲਤ ਹੋ ਗਿਆ ਮੈਨੂੰ ਇਹ ਜੋਬ ਤੋਂ ਕੱਢ ਦੇਣਗੇ, ਠੀਕ ਆ। ਸੋ ਦਿਸ ਵਿਲ ਐਡਵਰਸਲੀ ਅਫੈਕਟ ਦਾ ਐਫੀਸ਼ੀਐਂਸੀ ਆਫ ਦਾ ਹੋਲ ਆਫ ਦਾ ਔਰਗੇਨਾਈਜੇਸ਼ਨ। ਸੋ ਇਹ ਚੀਜ਼ਾਂ ਕੀ ਆ, ਇੱਦਾਂ ਦੀ ਜਿਹੜੀ ਇਨਸਟੇਬਿਲਿਟੀ ਦੀ ਫੀਲਿੰਗ ਆ ਜਾਂ ਇਨਸਿਕਿਉਰਿਟੀ ਦੀ ਫੀਲਿੰਗ ਆ EMPLOYEES ਦੇ ਵਿੱਚ, ਇਹ ਕੀ ਕਰਦੀ ਆ, ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦੀ ਆ ਪੂਰੀ ਔਰਗੇਨਾਈਜੇਸ਼ਨ ਦੀ ਐਫੀਸ਼ੀਐਂਸੀ ਨੂੰ। ਨੈਕਸਟ ਹੈ ਆਪਣੇ ਕੋਲ ਪ੍ਰਿੰਸੀਪਲ ਆਫ ਇਨੀਸ਼ੀਏਟਿਵ। ਇਨੀਸ਼ੀਏਟਿਵ ਦਾ ਮਤਲਬ ਕੀ ਹੁੰਦਾ, effort of formulating and then implementing a plan for accomplishing a task in an efficient manner when there is no order or guideline to do so। ਇਨੀਸ਼ੀਏਟਿਵ ਦਾ ਮਤਲਬ ਹੁੰਦਾ ਕੋਸ਼ਿਸ਼ ਕਰਨੀ, ਫਾਰਮੂਲੇਟ ਕਰਨਾ, ਫਿਰ ਉਸ ਤੋਂ ਬਾਅਦ ਉਸ ਪਲਾਨ ਨੂੰ ਲਾਗੂ ਕਰਨਾ ਕਿਸੇ ਸਪੈਸੀਫਿਕ ਟਾਸਕ ਨੂੰ ਕਰਨ ਦੇ ਲਈ ਐਫੀਸ਼ੀਐਂਟ ਮੈਨਰ ਦੇ ਨਾਲ। ਇਹਦੇ ਵਿੱਚ ਕੋਈ ਆਰਡਰ ਜਾਂ ਕੋਈ ਗਾਈਡਲਾਈਨਸ ਨਹੀਂ ਹੁੰਦੀਆਂ ਵੀ ਐਂ ਕਰਨਾ ਵਾ, ਠੀਕ ਆ। ਆਪਣੇ ਆਪ ਅੱਗੇ ਆ ਕੇ ਇਨੀਸ਼ੀਏਟਿਵ ਲੈਣਾ ਹੁੰਦਾ। ਅਕੋਰਡਿੰਗ ਟੂ ਦਾ ਪ੍ਰਿੰਸੀਪਲ ਆਫ ਇਨੀਸ਼ੀਏਟਿਵ ਗਿਵਨ ਬਾਈ ਫਿਊਲ, employees must be given independence to formulate and implement plans for improving the efficiency of their functions। EMPLOYEES ਨੂੰ ਇੱਕ ਆਜ਼ਾਦੀ ਦੇਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਆਪ ਫਾਰਮੂਲੇਟ ਕਰੋ ਪਲਾਨਸ ਤੇ ਉਹਨਾਂ ਨੂੰ ਲਾਗੂ ਕਰੋ, ਠੀਕ ਆ। ਵੀ ਮਤਲਬ ਆਪਾਂ ਕਿਵੇਂ ਪਲਾਨ ਬਣਾਉਣੇ ਆ, ਫਿਰ ਉਹਨਾਂ ਨੂੰ ਕਿਵੇਂ ਲਾਗੂ ਕਰਨਾ, ਕਿਉਂਕਿ ਉਹਨਾਂ ਨੇ ਤਾਂ ਆਪਦਾ ਕੰਮ ਪਰਫੋਰਮ ਕਰਨਾ ਹੁੰਦਾ। ਕਹਿਣ ਦਾ ਮਤਲਬ ਇਹ ਹੈ ਵੀ ਉੱਪਰੋਂ ਪਲਾਨ ਬਣਾਉਣ ਦੀ ਬਜਾਏ EMPLOYEES ਨੂੰ ਵਿੱਚ ਸ਼ਾਮਿਲ ਕਰ ਲਓ, ਠੀਕ ਆ। ਸੋ ਇਟ ਮੀਨਸ ਦੈਟ EMPLOYEE ਮਸਟ ਬੀ ਮੋਟੀਵੇਟਡ ਫॉर ਟੇਕਿੰਗ ਦੈਟ ਇਨੀਸ਼ੀਏਟਿਵ। ਇਹਦੇ ਨਾਲ ਕੀ ਹੈ, EMPLOYEES ਕੀ ਹੋਣਗੇ, ਬਹੁਤ ਉਤਸ਼ਾਹਿਤ ਹੋਣਗੇ ਵੀ ਅਸੀਂ ਖੁਦ ਇਨੀਸ਼ੀਏਟਿਵ ਲੈ ਰਹੇ ਹਾਂ। ਡਿਊ ਟੂ ਦਿਸ ਨਿਊ ਆਈਡੀਆਜ਼ ਵਿਲ ਰਿਜ਼ਲਟ ਇਨ ਦ ਡਿਵੈਲਪਮੈਂਟ ਆਫ ਮੋਰ ਐਫੀਸ਼ੀਐਂਟ ਮੈਥਡਸ ਦੈਨ ਬਿਫੋਰ ਟੂ ਪਰਫੋਰਮ ਵੇਰੀਅਸ ਟਾਸਕ। ਸੋ ਇਹਦਾ ਬੈਨੀਫਿਟ ਕੀ ਹੋਊਗਾ ਕਿ ਜਿਹੜੇ ਮੈਥਡ ਨੇ ਨਵੇਂ ਆਉਣਗੇ, ਕਿਉਂਕਿ ਵਰਕਰਸ ਦੇ ਦਿਮਾਗ ਦੇ ਵਿੱਚ ਵੀ ਬਹੁਤ ਸਾਰੇ ਆਈਡੀਆਜ਼ ਹੁੰਦੇ ਆ, ਤਾਂ ਇਹਦੇ ਨਾਲ ਕੀ ਹੈ, ਨਿਊ ਆਈਡੀਆਜ਼ ਆਉਣਗੇ ਅਤੇ ਨਵੇਂ ਆਈਡੀਆਜ਼ ਦੀ ਫਿਰ ਡਿਵੈਲਪਮੈਂਟ ਹੋ ਕੇ ਅੱਗੇ ਉਹ ਮੈਥਡ ਬਣ ਜਾਣਗੇ, ਠੀਕ ਆ, ਟਾਸਕ ਨੂੰ ਪਰਫੋਰਮ ਕਰਨ ਵਾਲੇ। ਸੋ ਦਿਸ ਵਿਲ ਇੰਪਰੂਵ ਦਾ ਐਫੀਸ਼ੀਐਂਸੀ ਐਂਡ ਰੇਜ਼ ਦਾ ਪ੍ਰੋਡਕਟੀਵਿਟੀ ਆਫ ਬੋਥ। ਸੋ ਇਹਦੇ ਨਾਲ ਐਫੀਸ਼ੀਐਂਸੀ ਵਧੂਗੀ ਅਤੇ ਪ੍ਰੋਡਕਟੀਵਿਟੀ ਵਧੂਗੀ, ਕਿਹਨਾਂ ਦੀ, EMPLOYEES ਦੀ ਵੀ ਐਜ਼ ਵੈਲ ਐਜ਼ ਦਾ ਔਰਗੇਨਾਈਜੇਸ਼ਨ ਦੀ ਵੀ। ਲਾਸਟ ਪ੍ਰਿੰਸੀਪਲ ਹੈ ਪ੍ਰਿੰਸੀਪਲ ਆਫ ਸਪਿਰਿਟ ਡੀ ਕੋਰਪਸ। ਅਕੋਰਡਿੰਗ ਟੂ ਦਿਸ ਪ੍ਰਿੰਸੀਪਲ ਗਿਵਨ ਬਾਈ ਫਿਊਲ ਇਨ ਫ੍ਰੈਂਚ ਲੈਂਗੁਏਜ, ਦ ਸਪਿਰਿਟ ਆਫ ਕੋਆਪਰੇਸ਼ਨ ਮਸਟ ਬੀ ਡਿਵੈਲਪਡ ਅਮੰਗ ਵੇਰੀਅਸ EMPLOYEES ਇਨ ਦਾ ਔਰਗੇਨਾਈਜੇਸ਼ਨ। ਮਤਲਬ ਕੋਆਪਰੇਸ਼ਨ ਦੀ ਸਪਿਰਿਟ ਹੋਣੀ ਚਾਹੀਦੀ ਹੈ ਸਾਰੇ ਵਰਕਰਸ ਦੇ ਵਿੱਚ। EMPLOYEES ਮਸਟ ਮੇਕ ਐਫਰਟਸ ਟੂ ਅਚੀਵ ਦਾ ਓਬਜੈਕਟਿਵਸ ਆਫ ਦਾ ਔਰਗੇਨਾਈਜੇਸ਼ਨ ਵਿਦ ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਔਨ ਦਾ ਬੇਸਿਸ ਆਫ ਟੀਮ ਸਪਿਰਿਟ ਐਂਡ ਪੀਸਫੁਲ ਮਿਊਚੁਅਲ ਰਿਲੇਸ਼ਨਸ। ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੇ ਜਿੰਨੇ ਵੀ EMPLOYEES ਹੁੰਦੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ, ਐਫਰਟਸ ਕਰਨੇ ਚਾਹੀਦੇ, ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਨੇ ਔਰਗੇਨਾਈਜੇਸ਼ਨ ਦੇ ਓਬਜੈਕਟਿਵਸ ਨੂੰ ਅਚੀਵ ਕਰਨ ਦੀਆਂ। ਬਟ ਕਿਵੇਂ ਕਰਨੀਆਂ, ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਦੇ ਨਾਲ, ਮਤਲਬ ਸਹਿਯੋਗ ਅਤੇ ਤਾਲਮੇਲ ਦੇ ਨਾਲ, ਠੀਕ ਆ, ਤਾਂ ਕਿ ਪੀਸਫੁਲ ਮਿਊਚੁਅਲ ਰਿਲੇਸ਼ਨਸ ਵੀ ਰਹਿਣ ਅਤੇ ਟੀਮ ਸਪਿਰਿਟ ਵੀ ਰਹੇ ਉਹਨਾਂ ਦੇ ਵਿੱਚ। ਸੋ ਅਕੋਰਡਿੰਗ ਟੂ ਫਿਊਲ, ਐਫੀਸ਼ੀਐਂਟ ਕਮਿਊਨੀਕੇਸ਼ਨ ਪਲੇਜ਼ ਅ ਵੈਰੀ ਇੰਪੋਰਟੈਂਟ ਰੋਲ ਇਨ ਦਿਸ ਕੌਨਟੈਕਸਟ। ਫਿਊਲ ਦੇ ਅਕੋਰਡਿੰਗ ਕੀ ਆ, ਜੇ ਵਧੀਆ ਕਮਿਊਨੀਕੇਸ਼ਨ ਹੋਊਗੀ ਤਾਂ ਉਹ ਵੀ ਬਹੁਤ ਵਧੀਆ ਰੋਲ ਪਲੇ ਕਰਦੀ ਆ ਇਸ ਸਪਿਰਿਟ ਡੀ ਕੋਰਪਸ ਦੇ ਵਿੱਚ।
This principle has been developed on the basis of principle of unity. Union is strength ਜਾਂ ਯੂਨਿਟੀ ਦੇ ਵਿੱਚ ਸਟਰੈਂਥ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਹਾਂ ਨਾ ਏਕਤਾ ਵਿੱਚ ਬਲ ਹੁੰਦਾ, ਯੂਨੀਅਨ ਇਜ਼ ਸਟਰੈਂਥ, ਤਾਂ ਉਹ ਪ੍ਰਿੰਸੀਪਲ ਦੇ ਉੱਪਰ ਇਹ ਜਾਂ ਉਹ ਪੁਆਇੰਟ ਦੇ ਉੱਪਰ ਇਹ ਚੀਜ਼ ਲਾਗੂ ਹੁੰਦੀ ਆ। ਅਕੋਰਡਿੰਗ ਟੂ ਫਿਊਲ ਮੈਨੇਜਰ ਮਸਟ ਐਡਰੈਸ ਦ ਇੰਪਲੋਈਜ਼ ਵਿਦ ਵੀ ਇੰਸਟੈਡ ਆਫ ਆਈ in the conversation that he has with the employees। ਜੇ ਮੰਨ ਲਓ ਵਰਕਰਸ ਨਾਲ ਗੱਲ ਕਰਨੀ ਹੈ ਤਾਂ ਉੱਥੇ ਮੈਨੇਜਰ ਇਹ ਗੱਲ ਨਾ ਕਹੇ ਵੀ ਮੈਂ ਐਂ ਕਰੂੰਗਾ ਮੈਂ ਐਂ ਕਰੂੰਗਾ, ਉੱਥੇ ਉਹ ਐਂ ਇਹ ਵਰਡ ਯੂਜ਼ ਕਰੇ ਵੀ ਆਪਾਂ ਐਂ ਕਰਾਂਗੇ। ਸੋ ਦਿਸ ਵਿਲ ਨਾਟ ਓਨਲੀ ਡਿਵੈਲਪ ਦਾ ਸਪਿਰਿਟ ਆਫ ਕੋਆਪਰੇਸ਼ਨ ਇਨ ਦਾ ਆਰਗੇਨਾਈਜੇਸ਼ਨ ਬਟ ਇਨਹੈਂਸ ਦਾ ਮਿਊਚੁਅਲ ਟਰਸਟ ਆਲਸੋ। ਸੋ ਇਹਦਾ ਕੀ ਫਾਇਦਾ ਹੁੰਦਾ ਵਾ, ਇਹਦੇ ਨਾਲ ਇਕੱਲੀ ਕੋਆਪਰੇਸ਼ਨ ਹੀ ਨਹੀਂ ਵੱਧਦੀ ਬਟ ਇੱਕ ਦੂਜੇ ਦੇ ਉੱਪਰ ਟਰਸਟ ਵੀ ਵੱਧਦਾ ਵਾ। ਸੋ ਐਜ਼ ਅ ਰਿਜ਼ਲਟ ਦਾ ਨੀਡ ਫॉर ਅਵਾਰਡਿੰਗ ਪਨਿਸ਼ਮੈਂਟ ਟੂ ਮੇਨਟੇਨ ਡਿਸਿਪਲਿਨ ਇਨ ਦਾ ਆਰਗੇਨਾਈਜੇਸ਼ਨ ਵਿਲ ਬੀ ਰਿਡਿਊਸਡ। ਸੋ ਇਹਦਾ ਰਿਜ਼ਲਟ ਕੀ ਨਿਕਲੂਗਾ ਵੀ ਪਨਿਸ਼ਮੈਂਟ ਬਹੁਤੇ ਲੋਕਾਂ ਨੂੰ ਨਹੀਂ ਦੇਣੀ ਪਊਗੀ ਡਿਸਿਪਲਿਨ ਨੂੰ ਮੇਨਟੇਨ ਕਰਨ ਦੇ ਲਈ, ਕਿਉਂਕਿ ਸਾਰਿਆਂ ਦੇ ਵਿੱਚ ਕੀ ਹੋਊਗੀ, ਯੂਨੀਅਨ ਇਜ਼ ਸਟਰੈਂਥ ਵਾਲੀ ਭਾਵਨਾ ਹੋਊਗੀ। ਠੀਕ ਆ, ਮਤਲਬ ਏਕਤਾ ਵਿੱਚ ਬਲ ਹੈ, ਇੱਕ ਦੂਜੇ ਤੇ ਟਰਸਟ ਕਰਦੇ ਹੋਣਗੇ। ਸੋ ਡਿਸਿਪਲਿਨ ਮੇਨਟੇਨ ਕਰਨ ਦੀ ਜਿਹੜੀ ਪਨਿਸ਼ਮੈਂਟ ਆ ਉਹ ਇਹਦੇ ਵਿੱਚ ਰਿਡਿਊਸ ਹੋ ਜੂਗੀ। ਠੀਕ ਹੈ।